ਸਤਿ ਸ੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ, ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਵਰਲਡ ਇਸ਼ੂਜ਼ ਦੇ ਵਿੱਚ। ਦਵਾਈਆਂ, ਸਾਰੇ ਜਾਣੇ ਦਵਾਈਆਂ ਖਾਂਦੇ ਨੇ, ਕਹਿੰਦੇ ਨੇ ਕਿ ਸਿਹਤਮੰਦ ਰਹਿਣ ਵਾਸਤੇ ਦਵਾਈ ਖਾਣੀ ਜ਼ਰੂਰੀ ਹੈ। ਦਵਾਈ ਦਾ ਰਿਸ਼ਤਾ ਸਿਹਤ ਦੇ ਨਾਲ ਤਾਂ ਹੈ ਤੇ ਦਵਾਈ ਦਾ ਰਿਸ਼ਤਾ ਮਾਰਕੀਟ ਦੇ ਨਾਲ ਵੀ ਹੈ। ਕਿਵੇਂ? ਹਥਿਆਰਾਂ ਤੋਂ ਬਾਅਦ ਜੋ ਦੂਜਾ ਸਭ ਤੋਂ ਵੱਡਾ ਬਿਜ਼ਨਸ ਹੈ ਪੂਰੀ ਦੁਨੀਆ ਦੇ ਵਿੱਚ, ਉਹ ਹੈ ਦਵਾਈਆਂ ਦਾ ਬਿਜ਼ਨਸ। ਜਿਵੇਂ ਹਥਿਆਰ ਕਹਿੰਦੇ ਨੇ ਕਿ ਅਮਨ ਸ਼ਾਂਤੀ ਕਾਇਮ ਰੱਖਣ ਵਾਸਤੇ ਤੁਸੀਂ ਜੰਗ ਲਈ ਵੀ ਤਿਆਰ ਰਹੋ, ਜ਼ਰੂਰੀ ਹੈ, ਤੁਹਾਡੇ ਕੋਲ ਹਥਿਆਰ ਹੋਣੇ ਚਾਹੀਦੇ ਨੇ। ਤਾਂ ਠੀਕ ਉਸੇ ਤਰ੍ਹਾਂ ਦਵਾਈਆਂ ਵੀ ਹਥਿਆਰ ਨੇ ਜੋ ਬਿਮਾਰੀ ਦੇ ਖਿਲਾਫ ਜੰਗ ਲੜਨ ਵਾਸਤੇ ਸਾਡੀ ਮਦਦ ਕਰਦੀਆਂ ਨੇ। ਔਰ ਜੋ ਹਥਿਆਰਾਂ ਵਾਲੇ ਨੇ ਉਹ ਤਾਂ ਕਹਿੰਦੇ ਨੇ ਕਿ ਅਮਨ ਸ਼ਾਂਤੀ ਜਦੋਂ ਹੋਵੇ ਸੰਸਾਰ ਦੇ ਵਿੱਚ, ਉਦੋਂ ਵੀ ਤੁਹਾਡੇ ਕੋਲ ਹਥਿਆਰ ਹੋਣੇ ਚਾਹੀਦੇ ਨੇ, ਯਾਨੀ ਕਿ ਆਪਣੇ ਸਿਰਹਾਣੇ ਦੇ ਥੱਲੇ ਪਿਸਤੌਲ ਰੱਖ ਕੇ ਸੋਵੋ। ਸੋ ਦਵਾਈਆਂ ਵਾਲੀਆਂ ਕੰਪਨੀਆਂ ਵੀ ਇਹ ਕਹਿੰਦੀਆਂ ਨੇ ਕਿ ਜਦੋਂ ਤੁਸੀਂ 40 ਸਾਲ ਦੇ ਹੋ ਜਾਂਦੇ ਹੋ, ਉਸ ਤੋਂ ਬਾਅਦ ਤੁਸੀਂ ਲਗਾਤਾਰ ਰੈਗੂਲਰ ਆਪਣਾ ਚੈੱਕਅਪ ਕਰਵਾਉਂਦੇ ਰਹੋ ਤਾਂ ਕਿ ਕੋਈ ਵੀ ਬਿਮਾਰੀ ਹੋਵੇ ਉਹ ਫੜੀ ਜਾਵੇ ਤੇ ਬਿਮਾਰੀ ਹੋਣ ਤੋਂ ਪਹਿਲਾਂ ਹੀ ਦਵਾਈ ਦੇ ਨਾਲ ਉਸ ਬਿਮਾਰੀ ਨੂੰ ਕਾਬੂ ਕਰ ਲਿੱਤਾ ਜਾਵੇ। ਤਾਂ ਇਸ ਤਰ੍ਹਾਂ ਮਾਰਕੀਟ ਲੱਭੀ ਜਾਂਦੀ ਹੈ, ਨਵੇਂ-ਨਵੇਂ ਬਾਜ਼ਾਰ ਲੱਭੇ ਜਾਂਦੇ ਨੇ, ਮੰਗ ਪੈਦਾ ਕੀਤੀ ਜਾਂਦੀ ਹੈ ਬਾਜ਼ਾਰ ਦੇ ਵਿੱਚ ਦਵਾਈਆਂ ਦੀ। ਲੋਕਾਂ ਦੀ ਸੋਚ ਨੂੰ ਉਸ ਪਾਸੇ ਲਿਜਾਇਆ ਜਾਂਦਾ ਹੈ ਤਾਂ ਕਿ ਉਹ ਦਵਾਈਆਂ ਖਰੀਦਣ ਵਿੱਚ ਦਵਾਈ ਬਣਾਉਣ ਵਾਲੀਆਂ ਕੰਪਨੀਆਂ ਦੀ ਮਦਦ ਕਰਨ ਤੇ ਕੰਪਨੀਆਂ ਖੂਬ ਮੁਨਾਫਾ ਕਮਾਉਣ। ਦਵਾਈਆਂ ਦੇ ਲੜ ਲੱਗੋਗੇ ਤਾਂ ਕਦੀ ਬਿਮਾਰ ਨਹੀਂ ਹੋਵੋਗੇ, ਇਹ ਕਿਹਾ ਜਾਂਦਾ ਹੈ। ਠੀਕ ਉਸੇ ਤਰ੍ਹਾਂ ਜਿਵੇਂ ਕਿਹਾ ਜਾਂਦਾ ਹੈ ਕਿ ਹਥਿਆਰ ਜੋ ਹੈ ਤੁਹਾਡੀ ਆਤਮ ਰੱਖਿਆ ਵਾਸਤੇ ਨੇ ਜਾਂ ਮਜ਼ਲੂਮਾਂ ਦੀ ਰੱਖਿਆ ਵਾਸਤੇ ਤੁਹਾਡੇ ਕੋਲ ਹੋਣੇ ਚਾਹੀਦੇ ਨੇ, ਠੀਕ ਉਸੇ ਤਰ੍ਹਾਂ ਦਵਾਈ ਵੀ ਆਤਮ ਰੱਖਿਆ ਵਾਸਤੇ ਹੈ। ਤੇ ਤੁਹਾਨੂੰ ਇੰਨੀ ਜਾਣਕਾਰੀ ਹੋਰ ਹੋਣੀ ਚਾਹੀਦੀ ਹੈ ਕਿ ਜੇ ਕਿਸੇ ਹੋਰ ਨੂੰ ਦਵਾਈ ਦੀ ਲੋੜ ਪੈਂਦੀ ਹੈ ਤਾਂ ਤੁਸੀਂ ਉਹਨੂੰ ਜਾਣਕਾਰੀ ਦੇ ਸਕੋ, ਤੁਸੀਂ ਉਹਨੂੰ ਦਵਾਈ ਦੇ ਸਕੋ। ਦਵਾਈਆਂ ਦੇ ਇਤਿਹਾਸ ਨੂੰ ਵੇਖੀਏ ਤਾਂ ਸਰੀਰ ਦੇ ਵਿੱਚੋਂ ਦਰਦ ਨੂੰ ਦੂਰ ਕਰਨ ਵਾਸਤੇ ਦਵਾਈਆਂ ਦੀ ਖੋਜ ਹੋਈ। ਤਾਂ ਅੱਜ ਵੀ ਕਈ ਤਰ੍ਹਾਂ ਦੇ ਟੋਟਕੇ ਚੱਲਦੇ ਨੇ ਜੋ ਇਨਸਾਨ ਨੇ ਸ਼ੁਰੂਆਤੀ ਦੌਰ ਦੇ ਵਿੱਚ ਅਪਣਾਏ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਦਾਦੀ ਜੀ ਦੇ ਨੁਸਖੇ, ਨਾਨੀ ਜੀ ਦੇ ਨੁਸਖੇ ਆਮ ਅਸੀਂ ਘਰਾਂ ਵਿੱਚ ਵਰਤਦੇ ਹਾਂ। ਤੇ ਇੱਕ ਖੋਜ ਵਾਲੀ ਗੱਲ ਵੀ ਹੁੰਦੀ ਹੈ ਕਿ ਦਵਾਈਆਂ ਦੇ ਉੱਤੇ ਖੋਜ ਸ਼ੁਰੂ ਹੋ ਗਈ ਤਾਂ ਤਰ੍ਹਾਂ ਤਰ੍ਹਾਂ ਦੇ ਵਿਗਿਆਨ ਇਨਸਾਨੀ ਸਮਾਜ ਦੇ ਵਿੱਚ ਸਾਹਮਣੇ ਆਉਣੇ ਸ਼ੁਰੂ ਹੋ ਗਏ। ਸਾਡੇ ਸਰੀਰ ਦੇ ਵਿੱਚ ਕੁਦਰਤੀ ਤੌਰ ਤੇ ਇਹ ਤਾਕਤ ਹੈ ਕਿ ਦਵਾਈ ਤੋਂ ਬਿਨਾਂ ਵੀ ਜੋ ਸਾਡਾ ਸਰੀਰ ਹੈ ਉਹ ਖੁਦ ਆਪਣੀ ਰਿਪੇਅਰ ਆਪ ਕਰਦਾ ਹੈ, ਆਪਣੀ ਮੁਰੰਮਤ ਆਪ ਕਰਦਾ ਹੈ। ਤੇ ਇਹ ਜਿਹੜੀ ਅੰਦਰ ਸਾਡੇ ਪ੍ਰਣਾਲੀ ਕੁਦਰਤੀ ਤੌਰ ਤੇ ਵਿਕਸਿਤ ਹੋਈ ਹੈ, ਜੋ ਕੁਦਰਤ ਨੇ ਸਾਨੂੰ ਇਹ ਗੁਣ ਦਿੱਤਾ ਹੈ ਸਾਡੇ ਸਰੀਰ ਦੇ ਵਿੱਚ, ਉਹ ਸਾਨੂੰ ਬਿਮਾਰੀਆਂ ਤੋਂ ਵੀ ਬਚਾਉਂਦਾ ਹੈ। ਪਰ ਇਹਨਾਂ ਸਭ ਗੱਲਾਂ ਨੂੰ ਇੱਕ ਪਾਸੇ ਕਰਕੇ ਜਦੋਂ ਇਹ ਸਿਹਤ ਦਾ ਵਿਗਿਆਨ, ਦਵਾਈਆਂ ਦਾ ਵਿਗਿਆਨ ਕਾਰੋਬਾਰੀਆਂ ਦੇ ਹੱਥ ਵਿੱਚ ਆ ਗਿਆ ਤਾਂ ਇਸ ਦਾ ਰੂਪ ਹੀ ਬਿਲਕੁਲ ਬਦਲ ਗਿਆ। ਸਾਡੇ ਭਾਰਤ ਦਾ ਆਯੁਰਵੇਦ ਉਹ ਜੀਵਨ ਨੂੰ ਜਿਉਣ ਦੀ ਸ਼ੈਲੀ ਹੈ। ਉਹ ਬਿਮਾਰੀ ਵੱਲ ਘੱਟ ਧਿਆਨ ਦਿੰਦਾ ਹੈ, ਜ਼ਿਆਦਾ ਧਿਆਨ ਇਸ ਵੱਲ ਦਿੰਦਾ ਹੈ ਕਿ ਤੁਸੀਂ ਜਿਉਣ ਦਾ ਤਰੀਕਾ ਠੀਕ ਰੱਖੋ, ਖਾਣ ਪੀਣ ਦਾ ਤਰੀਕਾ ਠੀਕ ਰੱਖੋ, ਆਪਣੇ ਸੌਣ ਜਾਗਣ ਦਾ ਤਰੀਕਾ ਠੀਕ ਰੱਖੋ, ਕੋਈ ਨਾ ਕੋਈ ਖੇਡ ਵੀ ਖੇਡੋ ਤਾਂ ਕਿ ਸਰੀਰ ਤੰਦਰੁਸਤ ਰਵੇ। ਯਾਨੀ ਜੀਵਨ ਸ਼ੈਲੀ ਤੁਹਾਡੀ ਸਿਹਤਮੰਦ ਹੋਣੀ ਚਾਹੀਦੀ ਹੈ ਤਾਂ ਉਹ ਤੁਹਾਨੂੰ ਆਪਣੇ ਆਪ ਹੀ ਬਿਮਾਰੀਆਂ ਤੋਂ ਦੂਰ ਰੱਖਦੀ ਹੈ। ਆਧੁਨਿਕ ਮੈਡੀਕਲ ਪ੍ਰਣਾਲੀ ਚੱਲ ਰਹੀ ਹੈ, ਉਹ ਅੰਗਰੇਜ਼ ਲੈ ਕੇ ਆਏ ਨੇ। ਤਾਂ ਭਾਰਤ ਦੀ ਜਿਹੜੀ ਪਰੰਪਰਾ ਹੈ ਆਯੁਰਵੇਦ, ਉਹਨੂੰ ਤਾਂ ਇੱਕ ਪਾਸੇ ਕਰ ਦਿੱਤਾ ਗਿਆ ਤਾਂ ਸਾਰਾ ਜ਼ੋਰ ਖੋਜਾਂ ਉੱਤੇ ਲਾ ਦਿੱਤਾ ਗਿਆ ਕਿ ਨਵੀਂ ਦਵਾਈ ਦੀ ਖੋਜ ਹੋ ਰਹੀ ਹੈ, ਨਵੀਂ ਦਵਾਈ ਸਾਹਮਣੇ ਆ ਰਹੀ ਹੈ। ਤੇ ਅਸੀਂ ਵੀ ਆਪਣੇ ਜੀਵਨ ਵਿੱਚੋਂ ਜੋ ਸਾਡੇ ਬਜ਼ੁਰਗ ਆਪਸ ਵਿੱਚ ਗੱਲਬਾਤ ਕਰਦੇ ਸੀ ਸਿਹਤ ਨੂੰ ਲੈ ਕੇ, ਉਹ ਸਾਰੀਆਂ ਗੱਲਾਂ ਅਸੀਂ ਆਪਣੇ ਜੀਵਨ ਵਿੱਚੋਂ ਕੱਢ ਦਿੱਤੀਆਂ ਤੇ ਅਸੀਂ ਦਵਾਈਆਂ ਦੇ ਲੜ ਲੱਗ ਗਏ। ਅੱਜ ਬਾਜ਼ਾਰ ਦੇ ਵਿੱਚ ਖੋਜ ਦੀ ਚਰਚਾ ਹੈ, ਪੂਰੀ ਦੁਨੀਆ ਵਿੱਚ ਖੋਜ ਦੀ ਚਰਚਾ ਹੈ ਕਿ ਦਵਾਈਆਂ ਦੇ ਖੇਤਰ ਦੇ ਵਿੱਚ ਨਵੀਂ ਖੋਜ ਹੋ ਰਹੀ ਹੈ। ਜ਼ਿੰਦਗੀ ਦੇ ਵਿੱਚੋਂ ਤਕਲੀਫਾਂ ਨੂੰ ਦੂਰ ਕਰਨਾ, ਜ਼ਿੰਦਗੀ ਦੇ ਵਿੱਚੋਂ ਦਰਦ ਨੂੰ ਦੂਰ ਕਰਨਾ, ਇਹ ਹੈ ਮਕਸਦ ਕਿਸੇ ਵੀ ਦਵਾਈ ਦਾ, ਇਹ ਹੈ ਮਕਸਦ ਮੈਡੀਕਲ ਸਾਇੰਸ ਦਾ, ਨਾ ਕਿ ਦਰਦ ਨੂੰ ਲਮਕਾ ਕੇ ਫਾਇਦਾ ਲੈਣਾ, ਪ੍ਰੋਫਿਟ ਕਮਾਉਣਾ। ਪਰ ਲੱਗਦਾ ਹੈ ਕਿ ਜੋ ਕਾਰੋਬਾਰੀ ਨੇ ਉਹਨਾਂ ਨੂੰ ਦਰਦ ਨਾਲ ਕੋਈ ਵਾਹ ਵਾਸਤਾ ਨਹੀਂ, ਉਹਨਾਂ ਨੂੰ ਦਰਦ ਨਾਲ ਕੋਈ ਮਤਲਬ ਨਹੀਂ, ਉਹਨਾਂ ਨੂੰ ਸਿਰਫ ਆਪਣੇ ਪ੍ਰੋਫਿਟ ਨਾਲ ਮਤਲਬ ਹੈ, ਕਿਉਂਕਿ ਇਸ ਦਰਦ ਦੇ ਵਿੱਚੋਂ ਹੀ ਉਹਨਾਂ ਨੂੰ ਫਾਇਦਾ ਹੁੰਦਾ ਹੈ। ਨਵੀਆਂ-ਨਵੀਆਂ ਦਵਾਈਆਂ ਮਾਰਕੀਟ ਦੇ ਵਿੱਚ ਉਤਾਰਦੇ ਨੇ, ਲਾਂਚ ਕਰਦੇ ਨੇ। ਇੱਕ ਡਾਕਟਰ ਆਪਣੇ ਪੇਸ਼ੈਂਟ ਵਾਸਤੇ ਦਵਾਈ ਲਿਖਦਾ ਪਿਆ
ਤੇ ਕੋਲ ਬੈਠਾ ਹੈ ਇੱਕ ਦਵਾਈਆਂ ਦੀ ਕੰਪਨੀ ਦਾ ਏਜੰਟ ਤੇ ਡਾਕਟਰ ਨੂੰ ਕਹਿ ਰਿਹਾ ਹੈ ਕਿ ਤੁਸੀਂ ਮੇਰੀ ਕੰਪਨੀ ਦੀ ਦਵਾਈ ਲਿਖੋ। ਡਾਕਟਰ ਕਹਿੰਦਾ ਕਿ ਇਹ ਜਿਹੜੀ ਦਵਾਈ ਹੈ ਕਾਫੀ ਮਕਬੂਲ ਹੈ, ਇਹਦੇ ਕਾਫੀ ਫਾਇਦੇ ਵੀ ਸਾਹਮਣੇ ਆਏ ਨੇ, ਇਸ ਕਰਕੇ ਇਹ ਦਵਾਈ ਲਿਖਣੀ ਜ਼ਰੂਰੀ ਹੈ। ਡਾਕਟਰ ਉਹ ਦਵਾਈ ਲਿਖਦਾ ਹੈ ਤੇ ਏਜੰਟ ਕਹਿੰਦਾ ਹੈ ਕਿ ਡਾਕਟਰ ਸਾਹਿਬ ਠੀਕ ਹੈ, ਤੁਸੀਂ ਦਵਾਈ ਲਿਖ ਰਹੇ ਹੋ, ਮੇਰੀ ਕੰਪਨੀ ਦੀ ਦਵਾਈ ਲਿਖ ਰਹੇ ਹੋ, ਪਰ ਮੇਰੀ ਕੰਪਨੀ ਨੇ ਮੈਨੂੰ 10% ਹੋਰ ਜ਼ਿਆਦਾ ਟਾਰਗੇਟ ਦਿੱਤਾ ਹੈ, ਟੀਚਾ ਦਿੱਤਾ ਹੈ, ਹੋਰ ਜ਼ਿਆਦਾ ਸੇਲ ਕਰਨੀ ਹੈ, ਇਸ ਕਰਕੇ ਵੱਧ ਦਵਾਈ ਲਿਖੋ। ਯਾਨੀ ਜੇ ਦਵਾਈ ਦੀ ਲੋੜ ਨਹੀਂ ਵੀ ਹੈ ਤਾਂ ਵੀ ਦਵਾਈ ਲਿਖੋ ਕਿਉਂਕਿ ਟਾਰਗੇਟ ਪੂਰਾ ਕਰਨਾ ਹੈ। ਤਾਂ ਉੱਥੋਂ ਇੱਕ ਪ੍ਰੋਸੈਸ ਸ਼ੁਰੂ ਹੁੰਦਾ ਹੈ ਕਿ ਜਦੋਂ ਡਾਕਟਰ ਦਾ ਤੇ ਉਸ ਦਵਾਈ ਕੰਪਨੀ ਦੇ ਏਜੰਟ ਦਾ ਤੇ ਉਸ ਦਵਾਈ ਨੂੰ ਬਣਾਉਣ ਵਾਲੀ ਕੰਪਨੀ ਦਾ ਆਪਸੀ ਰਿਸ਼ਤਾ ਸ਼ੁਰੂ ਹੁੰਦਾ ਹੈ। ਉਸ ਡਾਕਟਰ ਨੂੰ ਕਮਿਸ਼ਨ ਦਿੱਤੇ ਜਾਂਦੇ ਨੇ, ਵਿਦੇਸ਼ਾਂ ਦੀ ਸੈਰ ਕਰਵਾਈ ਜਾਂਦੀ ਹੈ, ਤੋਹਫੇ ਦਿੱਤੇ ਜਾਂਦੇ ਨੇ, ਕਾਨਫਰੰਸਾਂ ਕਰਵਾਉਣ ਵਿੱਚ ਮਦਦ ਦਿੱਤੀ ਜਾਂਦੀ ਹੈ ਜਾਂ ਫਿਰ ਡਾਇਰੈਕਟ ਪ੍ਰੋਫਿਟ ਦਿੱਤਾ ਜਾਂਦਾ ਹੈ। ਇਹ ਸਾਰਾ ਪ੍ਰੋਸੈਸ ਸ਼ੁਰੂ ਹੁੰਦਾ ਹੈ ਔਰ ਬੜੇ ਧੜੱਲੇ ਨਾਲ ਚੱਲ ਰਿਹਾ ਹੈ। ਇੱਥੇ ਇੱਕ ਪੁਆਇੰਟ ਹੋਰ ਆਉਂਦਾ ਹੈ ਕਿ ਕੁਝ ਬਿਮਾਰੀਆਂ ਨੇ ਗਰੀਬਾਂ ਦੀਆਂ ਬਿਮਾਰੀਆਂ ਤੇ ਕੁਝ ਬਿਮਾਰੀਆਂ ਨੇ ਅਮੀਰਾਂ ਦੀਆਂ ਬਿਮਾਰੀਆਂ। ਇਹ ਵੀ ਇੱਕ ਸੂਚੀ ਹੈ ਜੋ ਬੜੀ ਸੀਕ੍ਰੇਟ ਰੱਖੀ ਜਾਂਦੀ ਹੈ, ਪਰ ਪਤਾ ਫਿਰ ਵੀ ਲੱਗ ਜਾਂਦਾ ਹੈ ਕਿ ਕਈ ਬਿਮਾਰੀਆਂ ਨੂੰ ਅਸੀਂ ਗਰੀਬਾਂ ਨਾਲ ਜੋੜ ਕੇ ਵੇਖਦੇ ਹਾਂ ਤੇ ਕਈ ਬਿਮਾਰੀਆਂ ਨੂੰ ਅਸੀਂ ਅਮੀਰਾਂ ਦੇ ਨਾਲ ਜੋੜ ਕੇ ਵੇਖਦੇ ਹਾਂ। ਤੇ ਜਿਹੜੀਆਂ ਬਿਮਾਰੀਆਂ ਅਮੀਰਾਂ ਦੇ ਨਾਲ ਜੁੜੀਆਂ ਹੋਈਆਂ ਨੇ ਉਹਨਾਂ ਬਿਮਾਰੀਆਂ ਦੇ ਉੱਤੇ ਲਗਾਤਾਰ ਖੋਜ ਚੱਲਦੀ ਰਹਿੰਦੀ ਹੈ। ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਲਗਾਤਾਰ ਉਹਨਾਂ ਬਿਮਾਰੀਆਂ ਦੇ ਉੱਤੇ ਇਨਵੈਸਟ ਕਰਦੀਆਂ ਰਹਿੰਦੀਆਂ ਨੇ, ਲਗਾਤਾਰ ਖੋਜ ਚੱਲਦੀ ਰਹਿੰਦੀ ਹੈ ਤੇ ਹਰ ਸਾਲ ਜਾਂ 2 ਸਾਲ ਬਾਅਦ ਇੱਕ ਨਵੀਂ ਗੋਲੀ ਉਸ ਬਿਮਾਰੀ ਨਾਲ ਜੁੜੀ ਹੋਈ ਮਾਰਕੀਟ ਵਿੱਚ ਉਤਾਰ ਦਿੰਦੀ ਹੈ ਕਿ ਇਹ ਗੋਲੀ ਉਸ ਪਹਿਲੀ ਵਾਲੀ ਗੋਲੀ ਨਾਲੋਂ ਜ਼ਿਆਦਾ ਫਾਇਦਾ ਦਿੰਦੀ ਹੈ। ਪਰ ਜਿਹੜੀਆਂ ਬਿਮਾਰੀਆਂ ਗਰੀਬਾਂ ਨਾਲ ਜੁੜੀਆਂ ਹੋਈਆਂ ਨੇ ਉਹਨਾਂ ਦੇ ਉੱਤੇ ਉਨੀ ਖੋਜ ਨਹੀਂ ਹੁੰਦੀ ਜਿੰਨੀ ਖੋਜ ਅਮੀਰਾਂ ਨਾਲ ਜੁੜੀਆਂ ਹੋਈਆਂ ਬਿਮਾਰੀਆਂ ਤੇ ਹੁੰਦੀ ਹੈ। ਇਹ ਵੀ ਇੱਕ ਸੱਚ ਹੈ ਜੋ ਐਕਸਪਰਟਸ ਦੱਸਦੇ ਨੇ ਕਿ ਐਗਜ਼ਿਸਟ ਕਰਦਾ ਹੈ ਮਾਰਕੀਟ ਦੇ ਵਿੱਚ, ਕਿਉਂਕਿ ਜਿਨ੍ਹਾਂ ਨੇ ਮੁਨਾਫਾ ਕਮਾਉਣਾ ਹੈ ਉਹਨਾਂ ਨੇ ਜਿੱਥੋਂ ਮੁਨਾਫਾ ਮਿਲਣਾ ਹੈ ਉਸ ਪਾਸੇ ਹੀ ਧਿਆਨ ਦੇਣਾ ਹੈ ਤੇ ਜਿੱਥੋਂ ਮੁਨਾਫਾ ਨਹੀਂ ਮਿਲਣਾ ਉਸ ਪਾਸੇ ਉਹਨਾਂ ਦਾ ਧਿਆਨ ਘੱਟ ਹੁੰਦਾ ਹੈ। ਸਾਰੀ ਦੀ ਸਾਰੀ ਸੋਚ ਮਾਰਕੀਟ ਦੀ ਹੈ, ਬਾਜ਼ਾਰ ਦੀ ਹੈ, ਪ੍ਰੋਫਿਟ ਦੀ ਹੈ, ਕਿਉਂਕਿ ਮਾਰਕੀਟ ਬਿਜ਼ਨਸ ਉਹਦੀ ਬਾਟਮ ਲਾਈਨ ਹੁੰਦੀ ਹੈ ਪ੍ਰੋਫਿਟ ਐਟ ਐਨੀ ਕਾਸਟ। ਕਿਸੇ ਵੀ ਤਰ੍ਹਾਂ ਨਾਲ ਤੁਸੀਂ ਫਾਇਦਾ ਲੈਣਾ ਹੈ। ਇਹੀ ਸੋਚ ਹੈ ਜੋ ਬਿਜ਼ਨਸ ਦੇ ਵਿੱਚ ਤੁਹਾਨੂੰ ਕਾਮਯਾਬ ਕਰਦੀ ਹੈ। ਤੇ ਇਹਦੇ ਵਿੱਚ ਇੱਕ ਗੱਲ ਹੋਰ ਵੀ ਆਉਂਦੀ ਹੈ ਕਿ ਮੰਨ ਲਓ ਇੱਕ ਦਵਾਈ ਦਿੱਤੀ ਜਾ ਰਹੀ ਹੈ, ਫਿਰ ਉਸ ਦਵਾਈ ਦੇ ਸਾਈਡ ਇਫੈਕਟਸ ਆਉਣੇ ਸ਼ੁਰੂ ਹੁੰਦੇ ਨੇ, ਫਿਰ ਉਹਨਾਂ ਸਾਈਡ ਇਫੈਕਟਸ ਨੂੰ ਦੂਰ ਕਰਨ ਵਾਸਤੇ ਇੱਕ ਦਵਾਈ ਹੋਰ ਦਿੱਤੀ ਜਾਂਦੀ ਹੈ। ਯਾਨੀ ਕਿ ਜੋ ਮੂਲ ਚੀਜ਼ ਹੈ, ਜੋ ਖੋਜ ਉਸ ਦੇ ਉੱਤੇ ਹੋਣੀ ਚਾਹੀਦੀ ਸੀ ਕਿ ਇਹ ਬਿਮਾਰੀ ਹੁੰਦੀ ਕਿਉਂ ਹੈ, ਇਸ ਬਿਮਾਰੀ ਨੂੰ ਜੜੋਂ ਕਿਵੇਂ ਕੱਢਣਾ ਹੈ, ਉਸ ਦੀ ਬਜਾਏ ਖੋਜ ਇਹ ਹੁੰਦੀ ਹੈ ਕਿ ਇਹ ਬਿਮਾਰੀ ਦੀ ਗੋਲੀ ਹੈ ਤੇ ਇਹਦੇ ਸਾਈਡ ਇਫੈਕਟਸ ਨੂੰ ਦੂਰ ਕਰਨ ਵਾਸਤੇ ਇਹ ਦੂਜੀ ਗੋਲੀ ਹੈ। ਸੋ ਇਸ ਤਰ੍ਹਾਂ ਦੀ ਪ੍ਰਕਿਰਿਆ ਵੀ ਐਕਸਪਰਟਸ ਦੱਸਦੇ ਨੇ ਕਿ ਚੱਲ ਰਹੀ ਹੈ ਮਾਰਕੀਟ ਦੇ ਵਿੱਚ ਤੇ ਬਹੁਤ ਵੱਡੀ ਇੰਡਸਟਰੀ ਹੈ ਜੋ ਇਸ ਤਰ੍ਹਾਂ ਕੰਮ ਕਰ ਰਹੀ ਹੈ ਮਾਰਕੀਟ ਦੇ ਵਿੱਚ, ਬਾਜ਼ਾਰ ਦੇ ਵਿੱਚ, ਜੋ ਕਿ ਨਹੀਂ ਹੋਣਾ ਚਾਹੀਦਾ। ਹੋਣਾ ਇਹ ਚਾਹੀਦਾ ਹੈ ਕਿ ਇਲਾਜ ਸਭ ਦੇ ਵਾਸਤੇ ਹੋਵੇ, ਹੋਣਾ ਇਹ ਚਾਹੀਦਾ ਹੈ ਕਿ ਦਵਾਈਆਂ ਸਭ ਦੇ ਵਾਸਤੇ ਹੋਣ, ਹੋਣਾ ਇਹ ਚਾਹੀਦਾ ਹੈ ਕਿ ਦਵਾਈਆਂ ਇੰਨੀਆਂ ਸਸਤੀਆਂ ਹੋਣ ਕਿ ਹਰੇਕ ਦੀ ਪਹੁੰਚ ਵਿੱਚ ਹੋਣ, ਹੋਣਾ ਇਹ ਚਾਹੀਦਾ ਹੈ ਕਿ ਹਸਪਤਾਲ ਇੰਨੇ ਸਸਤੇ ਹੋਣ ਕਿ ਹਰੇਕ ਦੀ ਪਹੁੰਚ ਦੇ ਵਿੱਚ ਹੋਣ, ਹੋਣਾ ਇਹ ਚਾਹੀਦਾ ਹੈ ਕਿ ਜੋ ਸਿਹਤ ਸੇਵਾਵਾਂ ਨੇ ਉਹਨਾਂ ਉੱਤੇ ਇੰਨਾ ਜ਼ਿਆਦਾ ਖਰਚ ਹੋਣਾ ਚਾਹੀਦਾ ਹੈ ਸਰਕਾਰਾਂ ਵੱਲੋਂ ਕਿ ਲੋਕਾਂ ਉੱਤੇ ਬੋਝ ਨਾ ਪਵੇ, ਲੋਕ ਮੁਫਤੋਂ ਮੁਫਤੀ ਆਪਣਾ ਇਲਾਜ ਕਰਵਾ ਸਕਣ ਤੇ ਕੋਈ ਵੀ ਇਨਸਾਨ ਬਿਨਾਂ ਇਲਾਜ ਤੋਂ ਨਾ ਮਰੇ ਕਿ ਉਹਦੀ ਜੇਬ ਦੇ ਵਿੱਚ ਪੈਸੇ ਨਹੀਂ ਹੈਗੇ ਇਸ ਕਰਕੇ ਉਹ ਆਪਣਾ ਇਲਾਜ ਨਹੀਂ ਕਰਵਾ ਸਕਦਾ। ਕੋਲੇਸਟ੍ਰੋਲ ਦੀ ਬਿਮਾਰੀ ਦੀ ਸੀਮਾ ਜੋ ਪਹਿਲਾਂ 200 ਤੋਂ 250 ਸੀ ਹੁਣ 150 ਤੋਂ 200 ਹੈ। ਇਹ ਸੀਮਾ ਤੈਅ ਕੌਣ ਕਰਦਾ ਹੈ? ਬੇਸ਼ੱਕ ਐਕਸਪਰਟਸ ਦੀਆਂ ਕਮੇਟੀਆਂ ਬੈਠੀਆਂ ਹੁੰਦੀਆਂ ਨੇ, ਫਿਰ ਵੀ ਜਦੋਂ ਇਹ ਸੀਮਾ ਘਟਾ ਦਿੱਤੀ ਜਾਂਦੀ ਹੈ ਤਾਂ ਅਸੀਂ ਦੇਖਦੇ ਹਾਂ ਕਿ ਰਾਤ ਨੂੰ ਬੰਦਾ ਚੰਗਾ ਭਲਾ ਸੁੱਤਾ ਹੈ ਤੇ ਸਵੇਰ ਤੱਕ ਉਹ ਬਿਮਾਰ ਹੋ ਗਿਆ। ਕਿਉਂ? ਕਿਉਂਕਿ ਸੀਮਾ ਘਟ ਗਈ, ਉਹਦੇ ਕੋਲੇਸਟ੍ਰੋਲ ਦੀ ਸੀਮਾ ਵੀ ਘਟ ਗਈ, ਬਲੱਡ ਸ਼ੂਗਰ ਦੀ ਸੀਮਾ ਵੀ ਘਟ ਗਈ ਕਿਉਂਕਿ ਐਕਸਪਰਟਸ ਨੇ ਉਹ ਸੀਮਾ ਘਟਾ ਦਿੱਤੀ। ਪਰ ਇਹ ਸੀਮਾ ਤੈਅ ਕੌਣ ਕਰਦਾ ਹੈ? ਤੇ ਇਹਦਾ ਨਤੀਜਾ ਕੀ ਹੁੰਦਾ ਹੈ ਕਿ ਜੋ ਕੰਪਨੀਆਂ ਦਵਾਈਆਂ ਬਣਾਉਂਦੀਆਂ ਨੇ ਉਹਨਾਂ ਵਾਸਤੇ ਇੱਕ ਤਿਆਰ ਬਰ ਤਿਆਰ ਬਾਜ਼ਾਰ ਉਹਨਾਂ ਨੂੰ ਮਿਲ ਜਾਂਦਾ ਹੈ।
ਉਹਨਾਂ ਨੂੰ ਇੱਕ ਰੈਡੀਮੇਡ ਮਾਰਕੀਟ ਮਿਲ ਜਾਂਦੀ ਹੈ, ਕਿਉਂਕਿ ਲੋਕ ਬਿਮਾਰ ਨੇ ਬਈ, ਕਿਉਂਕਿ ਇਹ ਸੀਮਾ ਘਟਾ ਦਿੱਤੀ ਗਈ ਹੈ। ਤਾਂ ਇਸ ਕਰਕੇ ਕਈਆਂ ਨੂੰ ਬਲੱਡ ਸ਼ੂਗਰ ਦੀ ਸ਼ਿਕਾਇਤ ਹੋ ਗਈ ਤੇ ਕਈਆਂ ਨੂੰ ਕੋਲੇਸਟ੍ਰੋਲ ਦੀ ਸ਼ਿਕਾਇਤ ਹੋ ਗਈ। ਖੈਰ ਜੋ ਵੀ ਇਹਦੇ ਰੀਜ਼ਨਸ ਰਹਿਣ, ਪਰ ਇੱਕ ਸਹੀ ਸਾਫ਼ ਸੁਥਰੀ ਸ਼ੈਲੀ, ਇੱਕ ਸਹੀ ਸਾਫ਼ ਸੁਥਰੀ ਪ੍ਰੈਕਟਿਸ ਜੋ ਮੈਡੀਕਲ ਸਾਇੰਸ ਦੇ ਵਿੱਚ ਹੈ ਉਹ ਸਾਹਮਣੇ ਆਉਣੀ ਚਾਹੀਦੀ ਹੈ ਕਿ ਬਲੱਡ ਸ਼ੂਗਰ ਦੀ ਬਿਮਾਰੀ ਦੀ ਸਹੀ ਸੀਮਾ ਕੀ ਹੈ ਤੇ ਨਾਲ ਹੀ ਕੋਲੇਸਟ੍ਰੋਲ ਦੀ ਬਿਮਾਰੀ ਦੀ ਸਹੀ ਸੀਮਾ ਕੀ ਹੈ, ਤਾਂ ਕਿ ਸਿਰਫ ਉਹਨਾਂ ਲੋਕਾਂ ਨੂੰ ਹੀ ਦਵਾਈ ਦਿੱਤੀ ਜਾਵੇ ਜਿਨ੍ਹਾਂ ਨੂੰ ਵਾਕਈ ਹੀ ਦਵਾਈ ਦਿੱਤੀ ਜਾਣੀ ਚਾਹੀਦੀ ਹੈ। ਗੱਲ ਇੱਥੇ ਇਹ ਵੀ ਆਉਂਦੀ ਹੈ ਕਿ ਹੁਣ ਅਸੀਂ ਆਪ ਵੀ ਪੂਰੀ ਤਰ੍ਹਾਂ ਸੁਚੇਤ ਨਹੀਂ, ਅਸੀਂ ਜਾਗਰੂਕ ਨਹੀਂ। ਸਾਨੂੰ ਜਾਗਰੂਕ ਹੋਣਾ ਚਾਹੀਦਾ ਹੈ ਤਾਂ ਕਿ ਕੋਈ ਵੀ ਸਾਡੇ ਨਾਲ ਧੋਖਾ ਨਾ ਕਰ ਸਕੇ, ਕਿਉਂਕਿ ਦਵਾਈਆਂ ਦਾ ਕਾਰੋਬਾਰ ਪੂਰੀ ਦੁਨੀਆ ਦੇ ਵਿੱਚ ਹੈ, ਸਿਰਫ ਇੱਕ ਦੇਸ਼ ਦੇ ਵਿੱਚ ਨਹੀਂ, ਸਾਰੀ ਦੁਨੀਆ ਦੇ ਵਿੱਚ ਹੈ। ਤੇ ਸਾਰੀ ਦੁਨੀਆ ਦੇ ਲੋਕਾਂ ਨੂੰ ਇਕਮੁੱਠ ਹੋ ਕੇ ਸੁਚੇਤ ਹੋਣਾ ਚਾਹੀਦਾ ਹੈ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਕਿ ਸਿਹਤ ਕੀ ਹੁੰਦੀ ਹੈ, ਦਵਾਈਆਂ ਕੀ ਹੁੰਦੀਆਂ ਨੇ, ਸਿਹਤ ਦਾ ਤੇ ਦਵਾਈਆਂ ਦਾ ਆਪਸੀ ਰਿਸ਼ਤਾ ਕੀ ਹੈ, ਤੇ ਦਵਾਈਆਂ ਦਾ ਤੇ ਬਾਜ਼ਾਰ ਦਾ, ਮਾਰਕੀਟ ਦਾ, ਕਾਰੋਬਾਰ ਦਾ, ਪ੍ਰੋਫਿਟ ਦਾ ਆਪਸੀ ਰਿਸ਼ਤਾ ਕੀ ਹੈ। ਤੇ ਡਾਕਟਰਾਂ ਨੂੰ ਵੀ ਉਸ ਸੋਚ ਦਾ ਹੋਣਾ ਚਾਹੀਦਾ ਹੈ, ਉਸ ਮਾਨਸਿਕਤਾ ਦਾ ਹੋਣਾ ਚਾਹੀਦਾ ਹੈ ਕਿ ਉਹ ਕਿਸੇ ਵੀ ਪੇਸ਼ੈਂਟ ਨੂੰ, ਕਿਸੇ ਵੀ ਮਰੀਜ਼ ਨੂੰ ਹੱਸ ਕੇ ਉਸ ਦੇ ਸਵਾਲਾਂ ਦਾ ਜਵਾਬ ਦੇਣ ਤਾਂ ਕਿ ਉਹ ਮਰੀਜ਼ ਖੁਸ਼ ਹੋਵੇ, ਉਸ ਮਰੀਜ਼ ਨੂੰ ਬਿਮਾਰੀ ਤੋਂ ਨਿਜਾਤ ਮਿਲੇ। ਜਿਵੇਂ ਕਿ ਸਾਡੇ ਸਿਆਣੇ ਬਜ਼ੁਰਗ ਕਹਿੰਦੇ ਨੇ ਕਿ ਅੱਧੀ ਬਿਮਾਰੀ ਤਾਂ ਡਾਕਟਰ ਨੂੰ ਮਿਲ ਕੇ ਹੀ ਦੂਰ ਹੋ ਜਾਂਦੀ ਹੈ, ਕਿਉਂਕਿ ਡਾਕਟਰ ਇੰਨੀ ਪਿਆਰੀ ਤਰ੍ਹਾਂ ਨਾਲ ਉਹਨਾਂ ਨਾਲ ਗੱਲਬਾਤ ਕਰਦਾ ਹੈ, ਇੰਨਾ ਹੱਸ ਕੇ ਉਹਨਾਂ ਨਾਲ ਗੱਲਬਾਤ ਕਰਦਾ ਹੈ ਤੇ ਉਹਨੂੰ ਦਿਲਾਸਾ ਦਿੰਦਾ ਹੈ, ਉਹ ਯਾਰ ਤੈਨੂੰ ਤੇ ਕੁਝ ਹੋਇਆ ਹੀ ਨਹੀਂ, ਤੂੰ ਤੇ ਬਿਲਕੁਲ ਠੀਕ ਹੈ, ਚੰਗਾ ਭਲਾ। ਐਵੇਂ ਤੂੰ ਵਹਿਮ ਪਾਲ ਰੱਖਿਆ ਆਪਣੇ ਅੰਦਰ, ਇਸ ਵਹਿਮ ਨੂੰ ਛੱਡ, ਤੂੰ ਬਿਲਕੁਲ ਤੰਦਰੁਸਤ ਹੈ। ਆ ਹੁਣੇ ਤੈਨੂੰ ਅਸੀਂ 2 ਗੋਲੀਆਂ ਦੇਣੀਆਂ ਨੇ, ਤੂੰ ਬਿਲਕੁਲ ਠੀਕ ਹੋ ਜਾਣਾ, ਉਹਦੀ ਵੀ ਲੋੜ ਨਹੀਂ, ਤੂੰ ਬਸ ਆ ਮਾੜਾ ਜਿਹਾ ਟੌਨਿਕ ਲੈ ਲੈ, ਤੂੰ ਬਿਲਕੁਲ ਠੀਕ ਹੋ ਜਾਣਾ, ਜਿਵੇਂ ਸਾਡੇ ਪੁਰਾਣੇ ਵੈਦ ਕਰਦੇ ਹੁੰਦੇ ਸੀ। ਸੋ ਉਹ ਸ਼ੈਲੀ ਚਾਹੀਦੀ ਹੈ ਤਾਂ ਕਿ ਸਭ ਨੂੰ ਪੂਰਾ ਇਲਾਜ ਮਿਲ ਸਕੇ, ਜੋ ਬਿਮਾਰ ਨੇ ਉਹਨਾਂ ਨੂੰ ਇਲਾਜ ਮਿਲ ਸਕੇ, ਜੋ ਬਿਮਾਰ ਨਹੀਂ ਹੈ ਉਹਨਾਂ ਨੂੰ ਖਾਮਖਾ ਬਿਮਾਰ ਨਾ ਕੀਤਾ ਜਾਵੇ, ਖਾਮਖਾ ਉਹਨਾਂ ਦਾ ਇਲਾਜ ਨਾ ਸ਼ੁਰੂ ਕਰ ਦਿੱਤਾ ਜਾਵੇ, ਕਿਉਂਕਿ ਉਹਨਾਂ ਨੂੰ ਤਾਂ ਇਲਾਜ ਦੀ ਲੋੜ ਹੀ ਨਹੀਂ ਹੈ। ਸਾਨੂੰ ਖੁਸ਼ੀ ਹੈ ਕਿ ਤੁਸੀਂ ਵਰਲਡ ਇਸ਼ੂਜ਼ ਦਾ ਹਿੱਸਾ ਬਣੇ। ਹੋਰ ਅਪਡੇਟਸ ਦੇ ਲਈ ਵੇਖਦੇ ਰਹੋ ਪੰਜਾਬ ਮੇਲ USA TV। ਸਤਿ ਸ੍ਰੀ ਅਕਾਲ।